ਅਜੀਤ ਸੈਣੀ ਦੀ ਕਹਾਣੀ ਹੈ ਮੈਂ ਤੇ ਸੋਨੂੰ। ਮੈਂ ਮਾਂ ਪਿਓ ਦੀ ਲਾਡਲੀ ਧੀ ਸੀ। ਦੋਹਾਂ ਭਰਾਵਾਂ ਦੀ ਇੱਕ ਭੈਣ, ਸਭ ਤੋਂ ਛੋਟੀ। ਸਾਰੇ ਮੈਨੂੰ ਬੜਾ ਪਿਆਰ ਕਰਦੇ ਸਨ। ਲਾਡਾਂ ਪਿਆਰਾਂ ਨਾਲ ਪਲੀ ਮੈਂ ਕਿਸੇ ਦੀ ਮਾੜੀ ਜੀ ਗੱਲ ਜਾਂ ਝਿੜਕ ਵੀ ਨਹੀਂ ਸੀ ਸਹਿ ਸਕਦੀ। ਪਰ ਇਸ ਲਾਡ ਪਿਆਰ ਦੇ ਬਾਵਜੂਦ ਮੇਰਾ ਦਿਮਾਗ ਨਹੀਂ ਸੀ ਵਿਗੜਿਆ। ਮੈਂ ਆਪਣੇ ਹਾਣ ਦੀਆਂ ਕੁੜੀਆਂ ਵਿੱਚੋਂ ਕਾਫੀ ਹੁਸ਼ਿਆਰ ਸੀ। ਪੜ੍ਹਨ ਵਿੱਚ ਤੇ ਖੇਡਣ ਵਿੱਚ ਵੀ ਮੈਨੂੰ ਪੂਰੀ ਲਗਨ ਸੀ। ਸਾਡੇ ਪਿਤਾ ਜੀ ਇੱਕ ਵਿਦਵਾਨ ਤੇ ਸਰਕਾਰੀ ਅਧਿਕਾਰੀ ਸਨ, ਪਰ ਨਿਮਰਤਾ ਦੇ ਪੁੰਜ। ਹੰਕਾਰ ਜਾਂ ਵੱਡੇਪਨ ਦੀ ਹਉਮੈ ਉਹਨਾਂ ਦੇ ਲਾਗੇ ਤੱਕ ਵੀ ਨਹੀਂ ਸੀ ਲੰਘੀ। ਉਹਨਾਂ ਦਾ ਸਰਕਾਰੀ ਦਰਬਾਰੇ ਚੰਗਾ ਅਸਰ ਰਸੂਖ ਸੀ। ਇਸੇ ਲਈ ਉਹ ਲੋੜਵੰਦਾਂ ਦੀ ਸਹਾਇਤਾ ਕਰਨ, ਕਿਸੇ ਦੇ ਵਿਗੜੇ ਕਾਰਜਾਂ ਨੂੰ ਸਵਾਰਨ ਤੋਂ ਕਦੇ ਵੀ ਪਿੱਛੇ ਨਹੀਂ ਸਨ ਹਟੇ। ਉਹਨਾਂ ਦੇ ਨਾਲ ਦੇ ਹੋਰ ਅਧਿਕਾਰੀ ਅਜਿਹੇ ਕੰਮ ਕਰਾਉਣ ਲਈ ਵੱਡੀਆਂ ਰਕਮਾਂ ਵਸੂਲਦੇ, ਡਾਲੀਆਂ ਲੈਂਦੇ, ਵਗਾਰਾਂ ਕਰਾਉਂਦੇ। ਉਹਨਾਂ ਦੇ ਵੱਡੇ ਠਾਠ ਬਾਠ ਸਨ, ਵੱਡੀਆਂ ਕੋਠੀਆਂ। ਉਹਨਾਂ ਦੇ ਬੱਚੇ ਕਾਰਾਂ 'ਚ ਘੁੰਮਦੇ। ਭਾਵੇਂ ਸਾਡੀ ਆਰਥਿਕ ਹਾਲਤ ਠੀਕ ਹੀ ਸੀ, ਪਰ ਇੰਨੀ ਵਧੀਆ ਨਹੀਂ ਸੀ। ਹਾਂ, ਲੋਕਾਂ 'ਚ ਇੱਜ਼ਤ ਮਾਣ ਬਹੁਤ ਸੀ, ਹੱਥ ਸੁਖਾਲਾ ਸੀ। ਕਦੀ ਕਿਸੇ ਪ੍ਰਕਾਰ ਦੀ ਤੰਗੀ ਨਹੀਂ ਸੀ ਆਈ। ਪਰ ਇਸ ਸਭ ਕੁਝ ਦੇ ਬਾਵਜੂਦ ਮੇਰਾ ਵੱਡਾ ਭਰਾ ਕਈ ਵਾਰ ਪਿਤਾ ਜੀ ਨਾਲ ਗੱਲਾਂ ਵਿੱਚ ਬਹਿਸ ਕਰਨ ਲੱਗ ਪੈਂਦਾ ਤੇ ਕਹਿੰਦਾ, ਤੁਸੀਂ ਲੋਕਾਂ ਦੇ ਇੰਨੇ ਵੱਡੇ ਕੰਮ ਮੁਫਤ ਵਿੱਚ ਹੀ ਕਰਾ ਦਿੰਦੇ ਹੋ, ਇਹਦਾ ਤੁਹਾਨੂੰ ਕੋਈ ਲਾਭ? ਤੁਹਾਡੇ ਨਾਲ ਦੇ ਦੂਜੇ ਅਧਿਕਾਰੀ ਵੀ ਤਾਂ ਹਨ, ਉਹ ਲੱਖਾਂ 'ਚ ਖੇਡਦੇ ਹਨ ਤੇ ਸਾਡਾ ਮੁਸ਼ਕਿਲ ਨਾਲ ਹੀ ਗੁਜ਼ਾਰਾ ਹੁੰਦਾ ਹੈ। ਕਿ ਤੁਸੀਂ ਨਹੀਂ ਚਾਹੁੰਦੇ ਤੁਹਾਡੇ ਬੱਚੇ ਵੀ ਕਾਰਾਂ 'ਚ ਘੁੰਮਣ, ਉਹ ਵੀ ਵਧੀਆ ਕੱਪੜੇ ਪਾਉਣ? ਤੁਹਾਡੀ ਇਹ ਇਮਾਨਦਾਰੀ, ਤੁਹਾਡੀ ਇਹ ਸ਼ਰਾਫਤ, ਤੁਹਾਡਾ ਇਹ ਸਾਊਪਣਾ ਕਿਸ ਕੰਮ? ਪਿਤਾ ਜੀ ਸਮਝਾਉਂਦੇ ਹੋਏ ਕਹਿੰਦੇ, ਪੁੱਤਰ, ਦੁਨੀਆ 'ਚ ਪੈਸਾ ਹੀ ਸਭ ਕੁਝ ਨਹੀਂ। ਬੇਗਾਨੀ ਸ਼ਾਹ ਉੱਤੇ ਮੁੱਛਾਂ ਮਨਾਉਣ ਦਾ ਕੀ ਲਾਭ? ਜਿੰਨੀ ਚਾਦਰ ਹੋਵੇ ਉਨੇ ਹੀ ਪੈਰ ਪਸਾਰਨੇ ਚਾਹੀਦੇ ਹੈ। ਸਾਡੇ ਘਰ 'ਚ ਸੁੱਖ ਸ਼ਾਂਤ ਹੈ। ਅਸੀਂ ਸਾਰੇ ਆਪਣੀ ਨੀਂਦੇ ਸੌਂਦੇ ਹਾਂ, ਆਪਣੀ ਨੀਂਦੇ ਜਾਗਦੇ ਹਾਂ। ਸਾਨੂੰ ਕੋਈ ਫਿਕਰ ਨਹੀਂ, ਕਿਸੇ ਦਾ ਕੰਮ ਕਰਨ ਜਾਂ ਕਰਾਉਣ ਲਈ ਵਚਨਬੱਧ ਨਹੀਂ। ਜੇ ਕਿਸੇ ਦਾ ਕੰਮ ਬਿਨਾਂ ਕਿਸੇ ਵਿਸ਼ੇਸ਼ ਤਰੱਦਦ, ਆਰਾਮ ਤੇ ਆਸਾਨੀ ਨਾਲ ਹੋ ਜਾਏ, ਜਾਂ ਮੇਰੀ ਜ਼ਬਾਨ ਹਿਲਾਉਣ ਨਾਲ ਕਿਸੇ ਦਾ ਕੁਝ ਸੁਧਰ ਜਾਏ, ਤਾਂ ਇਸ 'ਚ ਮੇਰਾ ਕੀ ਘਸ ਜਾਂਦਾ ਹੈ? ਮਨੁੱਖ ਹੀ ਮਨੁੱਖ ਦਾ ਦਾਰੂ ਹੈ। ਜੇ ਮਨੁੱਖ ਦੁੱਖ ਸੁੱਖ ਵੇਲੇ ਇੱਕ ਦੂਜੇ ਦੇ ਕੰਮ ਨਾ ਆਏ ਤਾਂ ਉਹ ਫਿਰ ਮਨੁੱਖ ਕਾਹਦਾ? ਨਾਲੇ ਬੰਦਾ ਤਾਂ ਕਦੇ ਰੱਜਦਾ ਹੀ ਨਹੀਂ। ਮੈਨੂੰ ਚੋਖੀ ਤਨਖਾਹ ਮਿਲਦੀ ਹੈ, ਸ਼ਹਿਰ 'ਚ ਆਪਣੀ ਕੋਠੀ ਹੈ, ਪਿੰਡ ਜ਼ਮੀਨ ਵੀ ਹੈ ਜਿੱਥੋਂ ਖਾਣ ਜੋਗੇ ਦਾਣੇ ਆ ਜਾਂਦੇ ਹੈ। ਗੁਜ਼ਾਰਾ ਚੰਗੀ ਤਰ੍ਹਾਂ ਹੋ ਰਿਹਾ। ਤੇ ਤੁਸੀਂ ਸਾਰੇ ਵਧੀਆ ਕਾਲਜਾਂ ਤੇ ਸਕੂਲਾਂ 'ਚ ਪੜ੍ਹ ਰਹੇ ਹੋ। ਫਿਰ ਤੂੰ ਤਾਂ ਅਜੇ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਨਾ ਹੈ ਤੇ ਤੂੰ ਹੁਣੇ ਹੀ ਅਜਿਹੀਆਂ ਗੱਲਾਂ ਸੋਚਣ ਲੱਗ ਪਿਆ। ਅੱਗੇ ਜਾ ਕੇ ਕੀ ਕਰੇਂਗਾ? ਇਹੋ ਜਿਹੇ ਸ਼ੁਭ ਵਿਚਾਰ ਸਨ ਮੇਰੇ ਪਿਤਾ ਜੀ ਦੇ। ਰੱਬ ਨੇ ਉਹਨਾਂ ਨੂੰ ਭਾਗ ਵੀ ਬਹੁਤ ਲਾਇਆ। ਉਹਨਾਂ ਨੇ ਸਰਵਿਸ ਵਿੱਚ ਵੀ, ਸਾਹਿਤਕ ਖੇਤਰ ਵਿੱਚ ਵੀ, ਸਮਾਜਿਕ ਪੱਧਰ 'ਤੇ ਵੀ ਕਾਫੀ ਨਾਮਣਾ ਖੱਟਿਆ। ਮੇਰੇ ਮਾਤਾ ਜੀ ਤਾਂ ਸੀ ਹੀ ਗਊ, ਸਾਦਾ ਤਬੀਅਤ, ਮਿੱਠ ਬੋਲੇ, ਕਿਸੇ ਨਾਲ ਉੱਚੀ ਨਹੀਂ ਬੋਲਦੇ, ਹਰੇਕ ਨੂੰ ਪਿਆਰ ਨਾਲ ਬੁਲਾਉਂਦੇ ਸਨ, ਹਰੇਕ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਵਾਂਗ ਹੀ ਸਮਝਦੇ ਤੇ ਉਹਨਾਂ ਦੇ ਵਿਆਹ ਸ਼ਾਦੀਆਂ ਤੇ ਸ਼ੁਭ ਕਾਰਜਾਂ ਉੱਤੇ ਵੀ ਖੁੱਲ੍ਹੇ ਖਰਚ ਕਰਦੇ। ਉਹ ਤਾਂ ਸੱਚਮੁੱਚ ਹੀ ਦੁਨੀਆ 'ਤੇ ਇੱਕ ਦੇਵੀ ਸੀ। ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ। ਇਹੋ ਜਿਹਾ ਸੀ ਸਾਡੇ ਘਰ ਦਾ ਸ਼ਾਂਤ ਤੇ ਧਾਰਮਿਕ ਵਾਤਾਵਰਨ। ਕੋਈ ਕਿਸੇ ਅੱਗੇ ਨਾ ਬੋਲਦਾ ਸੀ, ਨਾ ਲੜਦਾ ਝਗੜਦਾ ਸੀ। ਅਜਿਹੇ ਸੁਖਾਵੇਂ ਵਾਤਾਵਰਨ ਵਿੱਚ ਹੀ ਅਸੀਂ ਸਾਰੇ ਪਲੇ ਤੇ ਪ੍ਰਵਾਨ ਚੜ੍ਹੇ। ਹਾਂ, ਇੱਕ ਗੱਲ ਜਿਹਦਾ ਅੱਗੇ ਜਾ ਕੇ ਮੇਰੇ ਸਾਰੇ ਜੀਵਨ 'ਤੇ ਡੂੰਘਾ ਪ੍ਰਭਾਵ ਪਿਆ, ਉਹ ਮੈਂ ਦੱਸਣਾ ਹੀ ਭੁੱਲ ਗਈ ਹਾਂ। ਸਾਡਾ ਪਿਛੋਕੜ ਪੇਂਡੂ ਸੀ। ਅਸੀਂ ਵੀ ਪਹਿਲ ਕੁਝ ਚਿਰ ਪਿੰਡ ਹੀ ਰਹੇ, ਆਪਣੀ ਦਾਦੀ ਤੇ ਚਾਚੇ ਚਾਚੀਆਂ ਪਾਸ। ਪਿਤਾ ਜੀ ਘਰ 'ਚ ਸਭ ਤੋਂ ਵੱਡੇ ਸਨ। ਉਹਨਾਂ ਦੀ ਸਲਾਹ ਨਾਲ ਹੀ ਘਰ ਦੇ ਸਭ ਕਾਰੋਬਾਰ ਚੱਲਦੇ ਸਨ। ਉਹ ਉੱਚੀ ਵਿੱਦਿਆ ਪ੍ਰਾਪਤ ਕਰਕੇ ਸ਼ਹਿਰ ਆ ਗਏ, ਪਰ ਸਾਨੂੰ ਕੁਝ ਚਿਰ ਪਿੰਡ ਹੀ ਰਹਿਣਾ ਪਿਆ। ਘਰ ਦੀ ਜ਼ਮੀਨ ਨੂੰ ਸਾਡੇ ਚਾਚੇ ਹੀ ਸੰਭਾਲਦੇ ਸਨ। ਪਿਤਾ ਜੀ ਵੀ ਜਿੰਨਾ ਚਿਰ ਅਸੀਂ ਪਿੰਡ ਰਹੇ, ਪਿੰਡ ਦੇ ਘਰ ਨੂੰ ਸਵਾਰਨ 'ਚ ਹੀ ਲੱਗੇ ਰਹੇ। ਫਿਰ ਇਹਨਾਂ ਨੂੰ ਇੱਕ ਵਧੀਆ ਕੋਠੀ ਮਿਲ ਗਈ। ਇਹ ਸਾਨੂੰ ਸਾਰਿਆਂ ਨੂੰ ਉੱਥੇ ਲੈ ਗਏ ਤੇ ਅਸੀਂ ਸਾਰੇ ਪਿੰਡ ਦੇ ਜੰਮਪਲ ਸਾਂ, ਖੁੱਲ੍ਹਾ ਖਾਂਦੇ ਪੀਂਦੇ ਰਹੇ ਸਾਂ। ਤੇ ਜਦੋਂ ਅਸੀਂ ਪਿੰਡ ਤੋਂ ਸ਼ਹਿਰ ਨੂੰ ਚੱਲਣ ਲੱਗੇ ਤਾਂ ਦਾਦੀ ਜੀ ਨੇ ਪਿਤਾ ਜੀ ਨੂੰ ਕਿਹਾ ਕਿ ਮੇਰੇ ਬੱਚੇ ਸ਼ਹਿਰ 'ਚ ਤੰਗ ਨਾ ਰਹਿਣ। ਉਹਨਾਂ ਨੇ ਘਰੋਂ ਇੱਕ ਵਧੀਆ ਗਊ ਸ਼ਹਿਰ ਭੇਜ ਦਿੱਤੀ ਸੀ। ਸ਼ਹਿਰ 'ਚ ਸਾਡਾ ਮਕਾਨ ਖੁੱਲ੍ਹਾ ਸੀ, ਗਊ ਲਈ ਵੱਖਰਾ ਹੀ ਅਹਾਤਾ ਸੀ। ਗਊ ਤੇ ਉਹਦੇ ਬਛਰੂਟ ਦੇ ਪਿੰਡੋਂ ਸਾਡੇ ਨਾਲ ਹੀ ਸ਼ਹਿਰ ਆ ਜਾਣ ਨਾਲ ਸਾਡੇ ਘਰ ਦਾ ਵਾਤਾਵਰਨ ਪਿੰਡਾਂ ਵਰਗਾ ਹੀ ਸੀ। ਦੁੱਧ ਘਿਓ ਖੁੱਲ੍ਹਾ ਤੇ ਖਾਲਸ ਸੀ। ਜਦੋਂ ਤੱਕ ਵੀ ਮੈਂ ਇਸ ਘਰ 'ਚ ਰਹੀ, ਸਾਡੇ ਘਰ ਸਦਾ ਹੀ ਗਊ ਰਹੀ। ਅਸੀਂ ਸਦਾ ਹੀ ਉਹਦੇ ਵੱਛੇ ਜਾਂ ਵੱਛੀ ਨਾਲ ਖੇਡਦੇ ਰਹਿੰਦੇ। ਉਹ ਗਊ ਵਲੈਤੀ ਸੀ। ਉਹਦੇ ਰੇਸ਼ਮ ਵਰਗੇ ਵਾਲਾਂ ਉੱਤੇ ਅਸੀਂ ਹੱਥ ਫੇਰਦੇ ਰਹਿੰਦੇ, ਉਹਦੇ ਬੱਚੇ ਦੇ ਨਾਲ ਚਿੰਬੜੇ ਰਹਿੰਦੇ ਤੇ ਅਸੀਂ ਜਦੋਂ ਪੜ੍ਹ ਕੇ ਘਰ ਆਉਂਦੇ, ਸਾਡੇ ਲਈ ਦੋਨੋਂ ਹੀ ਖਿਡੌਣੇ ਦਾ ਕੰਮ ਕਰਦੇ।
ਗਊ ਹਰ ਸਾਲ ਵੱਛਾ ਜਾਂ ਵੱਛੀ ਦਿੰਦੀ। ਵੱਛੀ ਹੁੰਦੀ ਤਾਂ ਉਹਨੂੰ ਘਰ ਰੱਖ ਲੈਂਦੇ, ਫਿਰ 2-3 ਸਾਲ ਬਾਅਦ ਉਹਨੂੰ ਪਿੰਡ ਭੇਜ ਦਿੰਦੇ ਅਤੇ ਫਿਰ ਇਹਨਾਂ ਵੱਛੀਆਂ ਵਿੱਚੋਂ ਇੱਕ ਵੱਛੀ ਵੱਡੀ ਹੋ ਕੇ ਸੂਅ ਪੈਂਦੀ ਅਤੇ ਅਸੀਂ ਪਹਿਲੀ ਗਊ ਨੂੰ ਪਿੰਡ ਭੇਜ ਦਿੰਦੇ ਅਤੇ ਹੋਰ ਗਊ ਨੂੰ ਸ਼ਹਿਰ ਲਿਆਉਂਦੇ। ਪਰ ਜੇ ਵੱਛਾ ਹੁੰਦਾ ਤਾਂ ਉਹਨੂੰ ਮਹੀਨੇ ਕੁ ਬਾਅਦ ਹੀ ਦੁੱਧ ਛੁਡਾ ਕੇ ਕਿਸੇ ਨੂੰ ਐਵੇਂ ਹੀ ਦੇ ਦਿੱਤਾ ਜਾਂਦਾ ਜਾਂ ਪਿੰਡ ਭੇਜ ਦਿੱਤਾ ਜਾਂਦਾ। ਮਾਂ ਅਤੇ ਪੁੱਤਰ ਦੇ ਵਿਛੜਨ ਉੱਤੇ ਜਿੰਨਾ ਦੁੱਖ ਮੈਨੂੰ ਹੁੰਦਾ ਉਹ ਸ਼ਾਇਦ ਹੀ ਕਿਸੇ ਹੋਰ ਨੂੰ ਹੁੰਦਾ ਹੋਵੇ। ਪੁੱਤਰ ਦੇ ਵਿਯੋਗ ਅਤੇ ਵਿਛੋੜੇ ਵਿੱਚ ਮਾਂ ਮਤਲਬ ਗਊ ਕਈ ਦਿਨ ਸੋਗ ਮਨਾਉਂਦੀ, ਨਾ ਪੱਠੇ ਖਾਂਦੀ, ਨਾ ਚੰਗੀ ਤਰ੍ਹਾਂ ਦੁੱਧ ਦਿੰਦੀ। ਮੈਨੂੰ ਸਭ ਕੁਝ ਵੇਖ ਕੇ ਬੜਾ ਤਰਸ ਆਉਂਦਾ, ਪਰ ਪਿਤਾ ਜੀ ਦੀ ਮਰਜ਼ੀ ਸੀ, ਉਹਨਾਂ ਅੱਗੇ ਕੋਈ ਵੀ ਨਹੀਂ ਸੀ ਬੋਲ ਸਕਦਾ। ਅਤੇ ਫਿਰ ਕੁਝ ਸਮਾਂ ਪੈਣ ਉੱਤੇ ਗਊ ਆਪਣੇ ਆਪ ਨਾਲ ਹੀ ਸਮਝੌਤਾ ਕਰ ਲੈਂਦੀ, ਆਮ ਵਾਂਗ ਪੱਠੇ ਖਾਣੇ ਸ਼ੁਰੂ ਕਰ ਦਿੰਦੀ, ਦੁੱਧ ਦੇਈ ਜਾਂਦੀ ਅਤੇ ਫਿਰ ਅਗਲੇ ਸੂਏ ਲਈ ਤਿਆਰ ਹੋ ਜਾਂਦੀ ਅਤੇ ਫਿਰ ਉਹੀ ਚੱਕਰ ਸ਼ੁਰੂ ਹੋ ਜਾਂਦਾ। ਵੱਛੀ ਹੋਵੇ ਤਾਂ ਦੁੱਧ ਪੂਰੀ ਤਰ੍ਹਾਂ ਪਿਲਾਇਆ ਜਾਂਦਾ, ਵੱਛਾ ਹੋਵੇ ਤਾਂ ਮਹੀਨੇ ਬਾਅਦ ਹੀ ਉਹਨੂੰ ਜ਼ਬਰਦਸਤੀ ਮਾਂ ਨਾਲੋਂ ਵੱਖਰਾ ਕਰ ਦਿੱਤਾ ਜਾਂਦਾ। ਖੁੰਡੇ ਨਾਲ ਬੱਝੇ ਪਸ਼ੂ ਦਾ ਕੀ ਏ, ਮਾਲਕ ਦੀ ਮਰਜ਼ੀ ਉੱਤੇ ਹੀ ਉਹਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਪੈਂਦਾ। ਮਨੁੱਖ ਕਿੰਨਾ ਮਤਲਬੀ ਅਤੇ ਲਾਲਚੀ ਹੈ। ਜੇ ਘਰ ਧੀ ਹੋ ਜਾਏ ਤਾਂ ਸੋਗ ਪੈ ਜਾਂਦਾ ਹੈ। ਅੱਜ ਕੱਲ੍ਹ ਤਾਂ ਮਸ਼ੀਨਾਂ ਰਾਹੀਂ ਲਿੰਗ ਦਾ ਪਤਾ ਕਰਕੇ ਧੀ ਹੋਵੇ ਤਾਂ ਉਹਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਪਰ ਪਸ਼ੂਆਂ ਦੇ ਮਾਮਲੇ 'ਚ ਬਿਲਕੁਲ ਉਲਟੀ ਗੰਗਾ ਵਗਦੀ ਹੈ। ਗਊ ਜਾਂ ਮੱਝ ਨੇ ਵੱਛੀ ਜਾਂ ਕੱਟੀ ਦਿੱਤੀ, ਚਾਅ ਚੜ੍ਹ ਜਾਂਦਾ ਅਤੇ ਉਹਦੀ ਪੂਰੀ ਸੇਵਾ ਕੀਤੀ ਜਾਂਦੀ ਹੈ। ਪਰ ਜੇ ਵੱਛਾ ਜਾਂ ਕੱਟਾ ਹੋ ਜਾਏ ਤਾਂ ਇਹ ਤੋਂ ਛੇਤੀ ਖਹਿੜਾ ਛੁਡਾ ਲਿਆ ਜਾਂਦਾ ਹੈ। ਪ੍ਰਭੂ ਦੀ ਲੀਲਾ ਅਪਰੰਪਾਰ। ਸਾਡੀ ਗਊ ਹੁਣ ਫਿਰ ਸੂਈ ਤਾਂ ਉਹਨੇ ਇੱਕ ਵੱਛਾ ਦਿੱਤਾ, ਬਹੁਤ ਸੁੰਦਰ। ਉਹਦੇ ਮੱਥੇ 'ਤੇ ਚਿੱਟੀ ਅਤੇ ਕਾਲੀ ਫੁੱਟੀ ਸੀ, ਜਿਵੇਂ ਕੋਈ ਦੇਵਤਾ ਹੋਵੇ, ਅਤੇ ਉਹਦੇ ਮੱਥੇ 'ਤੇ ਜਿਵੇਂ ਤਿਲਕ ਲੱਗਿਆ ਹੋਇਆ ਹੋਵੇ। ਅਸੀਂ ਸਾਰੇ ਬੱਚੇ ਖੁਸ਼ ਸਾਂ। ਉਹਨੂੰ ਕਲੋਲਾਂ ਕਰਦੇ ਨੂੰ ਵੇਖ ਕੇ ਉਸ ਨਾਲ ਖੇਡਦੇ। ਅਸੀਂ ਤਾਂ ਉਹਦਾ ਨਾਮਕਰਨ ਵੀ ਕਰ ਦਿੱਤਾ ਸੀ, ਸੋਨੂੰ ਰੱਖਿਆ ਸੀ ਉਹਦਾ ਨਾਂ। ਪਰ ਜਿਵੇਂ ਮੈਂ ਪਹਿਲਾਂ ਦੱਸ ਆਈ ਹਾਂ, ਵੱਛਾ ਕਦੇ ਵੀ 1 ਮਹੀਨੇ ਤੋਂ ਵੱਧ ਘਰ ਨਹੀਂ ਸੀ ਟਿਕਿਆ। ਪਰ ਇਸ ਵਾਰ ਅਸੀਂ ਜ਼ਿੱਦ ਕਰਕੇ 2 ਮਹੀਨੇ ਲੰਘਾ ਦਿੱਤੇ। ਪਰ ਇੱਕ ਸ਼ਾਮ ਕਸਾਈ ਦੇ ਬੱਕਰੇ ਵਾਂਗ ਉਹਦੀ ਵੀ ਵਾਰੀ ਆ ਗਈ। ਉਹਦੀ ਨਸਲ ਵਧੀਆ ਸੀ, ਇਸ ਲਈ ਉਹਨੂੰ ਸਾਡਾ ਗੁਆਂਢੀ ਡੈਰੀ ਵਾਲਾ ਲੈ ਗਿਆ। ਉਹ ਜਦੋਂ ਉਹਦਾ ਰੱਸਾ ਫੜ ਕੇ ਖਿੱਚ ਕੋਠੀ ਤੋਂ ਬਾਹਰ ਲੈ ਜਾ ਰਿਹਾ ਸੀ ਤਾਂ ਉਹ ਬਾਹਰ ਨਹੀਂ ਸੀ ਜਾ ਰਿਹਾ, ਭੈਂ ਕਰੀ ਜਾ ਰਿਹਾ ਸੀ। ਪਰ ਉਹਦੇ ਵਿਰਲਾਪ ਦੀ ਸਾਥੋਂ ਬਿਨਾਂ ਕਿਸੇ ਨੂੰ ਵੀ ਪਰਵਾਹ ਨਹੀਂ ਸੀ। ਉਹਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ। ਇਹ ਦ੍ਰਿਸ਼ ਵੇਖ ਕੇ ਮੈਂ ਵੀ ਆਪਣੇ ਹੰਝੂ ਨਾ ਰੋਕ ਸਕੀ। ਪਰ ਪਸ਼ੂ ਦੀ ਕੌਣ ਸੁਣਦਾ? ਮਾਲਕ ਜਿੱਥੇ ਚਾਹੇ ਉਹਨੂੰ ਭੇਜ ਸਕਦਾ। ਤੁਸੀਂ ਹੈਰਾਨ ਹੋਗੇ ਕਿ ਮੈਂ ਪਿਤਾ ਜੀ ਅਤੇ ਆਪਣੇ ਪਰਿਵਾਰ ਦੀ ਗੱਲ ਕਰਦੀ ਨੇ ਇਹ ਗਊ ਮੱਝਾਂ ਦਾ ਵਿਸ਼ਾ ਕਿਵੇਂ ਜੋੜ ਲਿਆ। ਸੱਚੀ ਗੱਲ ਤਾਂ ਇਹ ਹੈ ਕਿ ਇਹ ਤਾਂ ਮੈਂ ਅਜੇ ਭੂਮਿਕਾ ਹੀ ਬੰਨੀ ਹੈ। ਅਸਲ ਗੱਲ ਤਾਂ ਹੁਣ ਤੁਹਾਡੇ ਸਾਹਮਣੇ ਰੱਖਣ ਲੱਗੀ ਹਾਂ। ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕੀ ਹਾਂ, ਮੈਂ ਪੜ੍ਹਨ 'ਚ ਹੁਸ਼ਿਆਰ ਸੀ, ਮਾਂ ਬਾਪ ਦੀ ਤਾਂ ਸਭ ਤੋਂ ਲਾਡਲੀ ਸੀ, ਪਰ ਪੜ੍ਹਨ 'ਚ ਵੀ ਮੈਂ ਭਰਾਵਾਂ ਦੇ ਕੰਨ ਕੁਤਰਦੀ ਸੀ। ਪਿਤਾ ਜੀ ਨੇ ਮੇਰੀ ਇੱਛਾ ਅਨੁਸਾਰ ਮੇਰੀ ਪੜ੍ਹਾਈ ਵੱਲ ਵਧੇਰੇ ਧਿਆਨ ਦਿੱਤਾ। MA ਕੀਤੀ, PhD, ਫਿਰ ਇੱਕ ਕਾਲਜ 'ਚ ਮੈਨੂੰ ਇੱਕ ਲੈਕਚਰਾਰ ਦੀ ਨੌਕਰੀ ਮਿਲ ਗਈ। ਕਾਲਜ ਦਾ ਵਾਤਾਵਰਨ ਵੀ ਬੜਾ ਅਜੀਬ ਸੀ। ਮੁੰਡੇ ਕੁੜੀਆਂ ਇਕੱਠੇ ਹੀ ਪੜ੍ਹਦੇ ਸੀ। ਸਾਰਾ ਦਿਨ ਗੱਪਾਂ, ਰੋਮਾਂਸ ਅਤੇ ਪਿਕਨਿਕਾਂ ਵਿੱਚ ਹੀ ਨਿਕਲ ਜਾਂਦਾ। ਪੜ੍ਹਾਈ ਵੱਲ ਕੋਈ ਧਿਆਨ ਨਹੀਂ ਸੀ ਦਿੰਦਾ। ਸਾਡੇ ਵੇਲੇ ਗੱਲ ਕੁਝ ਹੋਰ ਸੀ। ਇੱਕ ਤਾਂ ਸਾਡੇ ਘਰ ਦਾ ਵਾਤਾਵਰਨ ਸ਼ਾਂਤ ਅਤੇ ਧਾਰਮਿਕ ਸੀ। ਪਿਤਾ ਜੀ ਹਰ ਵੇਲੇ ਲਿਖਣ ਪੜ੍ਹਨ 'ਚ ਰੁੱਝੇ ਰਹਿੰਦੇ ਸਨ। ਅਸੀਂ ਵੀ ਉਹਨਾਂ ਦੀ ਰੀਸ ਕਰਕੇ ਉਹਨਾਂ ਦੇ ਕੋਲ ਬੈਠ ਕੇ ਪੜ੍ਹਦੇ ਰਹਿੰਦੇ ਅਤੇ ਇਨਾਮ ਪ੍ਰਾਪਤ ਕਰਨ ਲਈ ਇੱਕ ਦੂਜੇ ਤੋਂ ਵੱਧ ਨੰਬਰ ਲੈਣ ਦੇ ਯਤਨ ਕਰਦੇ। ਮਾਂ ਬਾਪ ਦੀ ਆਗਿਆ 'ਚ ਰਹਿਣਾ, ਸਕੂਲ ਜਾਂ ਕਾਲਜ ਦਾ ਕੰਮ ਕਰਨਾ, ਵੇਲੇ ਭਰਾਵਾਂ ਨੇ ਖੁੱਲ੍ਹੇ ਲੌਨ 'ਚ ਖੇਲ ਲੈਣਾ, ਗਊ ਜਾਂ ਉਹਦੇ ਬਛਰੂਟ ਨਾਲ ਪਿਆਰ ਕਰ ਲੈਣਾ, ਕਾਲਜ ਤੋਂ ਸਿੱਧੇ ਘਰ ਅਤੇ ਘਰੋਂ ਸਿੱਧੇ ਕਾਲਜ। ਸਾਡਾ ਪੜ੍ਹਾਈ ਤੋਂ ਬਿਨਾਂ ਹੋਰ ਕਿਸੇ ਪਾਸੇ ਕਦੀ ਖਿਆਲ ਹੀ ਨਹੀਂ ਗਿਆ। ਰੋਮਾਂਸ, ਪਿਆਰ, ਪਿਕਚਰ, ਇਹ ਸਭ ਕੁਝ ਸਾਡੀ ਸਮਝ ਤੋਂ ਬਾਹਰ ਦੀ ਗੱਲ ਸੀ। ਹੁਣ ਮੈਂ ਕਾਲਜ 'ਚ ਲੈਕਚਰਾਰ ਲੱਗ ਗਈ ਸੀ। ਮਾਂ ਪਿਓ ਨੂੰ ਮੇਰੀ ਸ਼ਾਦੀ ਦਾ ਫਿਕਰ ਹੋ ਗਿਆ ਸੀ। ਮੇਰੇ ਨਾਲ ਉਹਨਾਂ ਨੇ ਕਦੀ ਇਸ ਸੰਬੰਧ 'ਚ ਗੱਲ ਨਹੀਂ ਸੀ ਕੀਤੀ। ਪਿਤਾ ਜੀ ਨੇ ਬਰਾਦਰੀ ਵਿੱਚੋਂ ਮੇਰੇ ਯੋਗ ਵਰ ਲੱਭਣ ਦੇ ਬਹੁਤ ਯਤਨ ਕੀਤੇ। ਅਖਬਾਰਾਂ ਨੂੰ ਇਸ਼ਤਿਹਾਰ ਵੀ ਦਿੱਤੇ ਗਏ। ਰਿਸ਼ਤੇਦਾਰਾਂ, ਸਾਕਾਂ, ਅੰਗਾਂ ਸਭ ਨੂੰ ਕਿਹਾ ਗਿਆ, ਪਰ ਕਿਸੇ ਪਾਸੇ ਤੋਂ ਵੀ ਕੋਈ ਜਵਾਬ ਨਹੀਂ ਸੀ ਮਿਲ ਰਿਹਾ। ਪਿਤਾ ਜੀ ਮੇਰੀ ਸ਼ਾਦੀ ਭਰਾਵਾਂ ਤੋਂ ਪਹਿਲਾਂ ਕਰ ਦੇਣਾ ਚਾਹੁੰਦੇ ਸਨ, ਭਾਵੇਂ ਕਿ ਮੇਰੇ ਦੋਨੋਂ ਭਰਾ ਮੈਥੋਂ ਵੱਡੇ ਸਨ। ਪਿਤਾ ਜੀ ਰਿਸ਼ਤਾ ਟੋਲ ਕੇ ਥੱਕ ਚੁੱਕੇ ਸਨ, ਸਗੋਂ ਅੱਕ ਚੁੱਕੇ ਸਨ। ਮੈਂ ਇਹ ਅੰਦਾਜ਼ਾ ਉਹਨਾਂ ਦੀ ਮਾਤਾ ਜੀ ਨਾਲ ਗੱਲਬਾਤ ਤੋਂ, ਹਰ ਵੇਲੇ ਉਖੜੇ ਰਹਿਣ ਤੋਂ, ਹਰ ਵੇਲੇ ਸੋਚਾਂ 'ਚ ਡੁੱਬੇ ਰਹਿਣ ਤੋਂ ਲਾਉਂਦੀ ਸੀ।
ਇੱਕ ਦਿਨ ਐਤਵਾਰ ਦਾ ਦਿਨ ਸੀ। ਅਸੀਂ ਸਾਰੇ ਨਾਸ਼ਤਾ ਕਰ ਰਹੇ ਸੀ ਕਿ ਸਾਡੀ ਕੋਠੀ ਦੇ ਸਾਹਮਣੇ ਇੱਕ ਕਾਰ ਆ ਕੇ ਰੁਕੀ, ਜਿਸ 'ਚੋਂ ਪਿਤਾ ਜੀ ਦੇ ਨਾਲ ਕੰਮ ਕਰਨ ਵਾਲਾ ਉਹਨਾਂ ਦਾ ਇੱਕ ਸਾਥੀ, 2-3 ਹੋਰ ਬੰਦੇ ਬਾਹਰ ਨਿਕਲੇ। ਇਹਨਾਂ ਨੂੰ ਸਾਡੇ 'ਚੋਂ ਪਹਿਲਾਂ ਕਿਸੇ ਨੇ ਵੀ ਨਹੀਂ ਸੀ ਵੇਖਿਆ ਹੋਇਆ। ਪਿਤਾ ਜੀ ਨੇ ਉਹਨਾਂ ਨੂੰ ਉੱਠ ਕੇ ਡਰਾਇੰਗ ਰੂਮ 'ਚ ਬਿਠਾਇਆ। ਪਾਣੀ ਧਾਣੀ ਪਿਲਾਉਣ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਵੀ ਉੱਥੇ ਬੁਲਾ ਲਿਆ। ਜਨਾਨੀ ਦੇ ਨਾਲ 2 ਅੱਧਖੜ ਜਿਹੇ ਆਦਮੀ ਸਨ ਤੇ ਇੱਕ ਨੌਜਵਾਨ ਲੜਕਾ ਸੀ। ਸਾਨੂੰ ਦੱਸਿਆ ਗਿਆ ਇਹ ਲੜਕਾ ਅਮਰੀਕਾ 'ਚ ਰਹਿੰਦਾ ਹੈ ਤੇ ਉੱਥੇ ਇਹਦੇ ਪਿਓ ਦਾ ਇੱਕ ਵੱਡਾ ਫਾਰਮ ਤੇ ਹੋਰ ਵੀ ਕਾਰੋਬਾਰ ਹੈ। ਉਹ ਜਨਾਨੀ ਉਹਦੀ ਮਾਂ ਹੈ, ਜਿਹੜੀ ਉਹਦੇ ਨਾਲ ਹੀ ਆਪਣੇ ਲੜਕੇ ਦੇ ਵਿਆਹ ਕਰਨ ਲਈ ਦੇਸ਼ ਆਈ ਹੈ। ਇਹਨਾਂ ਨੇ ਵਿਆਹ ਕਰਕੇ ਇਸ ਮਹੀਨੇ ਦੇ ਅਖੀਰ ਹੀ ਲੜਕੀ ਨੂੰ ਨਾਲ ਹੀ ਵਾਪਸ ਅਮਰੀਕਾ ਲੈ ਜਾਣਾ ਹੈ। ਇਹ ਲੋਕ ਆਪਣੀ ਬਰਾਦਰੀ ਦੇ ਸਨ ਤੇ ਚੰਗੇ ਘਰਾਣੇ ਨਾਲ ਸੰਬੰਧ ਰੱਖਦੇ ਸਨ। ਮੈਂ ਪਿਤਾ ਦੇ ਚਿਹਰੇ ਵੱਲ ਵੇਖਿਆ, ਉਹ ਕਾਫੀ ਪ੍ਰਸੰਨ ਨਜ਼ਰ ਆ ਰਹੇ ਸਨ। ਉਹਨਾਂ ਦੇ ਸਿਰ ਤੋਂ ਜਿਵੇਂ ਕੋਈ ਭਾਰ ਲੈ ਗਿਆ ਹੋਵੇ। ਬਾਅਦ ਵਿੱਚ ਮੈਂ ਲੜਕੇ ਵੱਲ ਧਿਆਨ ਨਾਲ ਦੇਖਿਆ। ਉਹਦਾ ਰੰਗ ਕੁਝ ਸਾਂਵਲਾ ਸੀ, ਨਕਸ਼ ਵੀ ਕੁਝ ਖਾਸ ਨਹੀਂ ਸਨ। ਭਾਵੇਂ ਉਹਨਾਂ ਦੇ ਕਹਿਣ ਅਨੁਸਾਰ ਉਹ ਗ੍ਰੈਜੂਏਟ ਸੀ ਤੇ ਕਾਫੀ ਜਾਇਦਾਦ ਦਾ ਮਾਲਕ ਵੀ ਸੀ, ਪਰ ਮੇਰੇ ਉੱਤੇ ਉਹਦਾ ਕੋਈ ਚੰਗਾ ਪ੍ਰਭਾਵ ਨਹੀਂ ਪਿਆ ਤੇ ਮੈਂ ਨੀਵੀਂ ਪਾ ਕੇ ਸੋਚਾਂ 'ਚ ਡੁੱਬ ਗਈ। ਪਿਤਾ ਜੀ ਨੇ ਮੇਰੇ ਵੱਲ ਵੇਖਿਆ। ਮੇਰਾ ਚਿਹਰਾ ਉਤਰ ਗਿਆ ਸੀ। ਉਹਦੀ ਮਾਂ ਮੇਰੇ ਨਾਲ ਗੱਲਾਂ ਜ਼ਰੂਰ ਕਰ ਰਹੀ ਸੀ, ਪਰ ਮੈਨੂੰ ਉਹਨਾਂ ਗੱਲਾਂ 'ਚ ਕੋਈ ਦਿਲਚਸਪੀ ਨਹੀਂ ਸੀ। ਉਹ ਸਾਰੇ ਅੱਧਾ ਘੰਟਾ ਬੈਠੇ ਰਹੇ ਤੇ ਫਿਰ ਮੇਰੇ ਪਿਤਾ ਜੀ ਦੇ ਸਾਥੀ ਨੇ ਕਿਹਾ ਕਿ ਅਸੀਂ ਕੱਲ੍ਹ ਦਫ਼ਤਰ 'ਚ ਹੀ ਸਾਰੀ ਗੱਲ ਪੱਕੀ ਕਰਾਂਗੇ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਕਾਫੀ ਉਦਾਸ ਰਹੀ। ਉੱਪਰ ਕਮਰੇ 'ਚ ਜਾ ਕੇ ਕੋਈ ਵੀ ਮਾਤਾ ਜੀ ਜਾਂ ਪਿਤਾ ਨਾਲ ਮੇਰੀ ਕੋਈ ਗੱਲ ਕਰਨ ਦੀ ਹਿੰਮਤ ਨਹੀਂ ਸੀ। ਸਾਡਾ ਪਾਲਣ ਪੋਸ਼ਣ ਹੀ ਅਜਿਹੇ ਮਾਹੌਲ 'ਚ ਹੋਇਆ ਸੀ। ਮੇਰੇ ਸਿਰ 'ਤੇ ਪਹਾੜ ਉਦੋਂ ਟੁੱਟਾ ਜਦੋਂ ਦੂਜੇ ਦਿਨ ਪਿਤਾ ਜੀ ਦੇ ਦਫ਼ਤਰ ਦੇ ਸਾਥੀ ਵੀ ਉਹਨਾਂ ਦੇ ਨਾਲ ਹੀ ਸ਼ਾਮ ਨੂੰ ਸਾਡੇ ਘਰ ਆਏ। ਪਿਤਾ ਜੀ ਨੇ ਮਾਤਾ ਜੀ ਨੂੰ ਤੇ ਮੈਨੂੰ ਦੋਹਾਂ ਨੂੰ ਆਪਣੇ ਕੋਲ ਬੁਲਾਇਆ ਤੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਬੇਬੀ ਦੀ ਸ਼ਾਦੀ ਦੀ ਤਾਰੀਖ ਅਗਲੇ ਹਫ਼ਤੇ ਲਈ ਨਿਸ਼ਚਿਤ ਹੋ ਗਈ ਹੈ, ਕਿਉਂ ਜੋ ਲੜਕੇ ਦੀ ਵਿਦੇਸ਼ ਵਾਪਸੀ 'ਚ ਥੋੜ੍ਹੇ ਦਿਨ ਰਹਿੰਦੇ ਸਨ। ਮਾਤਾ ਜੀ ਕੁਝ ਨਾ ਬੋਲੇ ਤੇ ਚੁੱਪ ਬੈਠੇ ਰਹੇ, ਪਰ ਮੈਥੋਂ ਨਾ ਬੈਠਿਆ ਗਿਆ ਤੇ ਮੈਂ ਅੱਖਾਂ ਭਰ ਕੇ ਦੂਜੇ ਕਮਰੇ 'ਚ ਜਾ ਕੇ ਪਲੰਗ ਤੇ ਸਿਰਹਾਣੇ 'ਚ ਮੂੰਹ ਦੇ ਕੇ ਖੂਬ ਰੋਈ। ਪਿਤਾ ਜੀ ਦਾ ਸਾਥੀ ਚਾਹ ਦਾ ਕੱਪ ਪੀ ਕੇ ਚਲਾ ਗਿਆ। ਫਿਰ ਮੇਰੀ ਭਾਲ ਕੀਤੀ ਗਈ। ਮੈਨੂੰ ਰੋਂਦੇ ਵੇਖ ਕੇ ਪਹਿਲਾਂ ਤਾਂ ਪਿਤਾ ਜੀ ਦਾ ਪਾਰਾ ਚੜ੍ਹ ਗਿਆ। ਫਿਰ ਮੈਨੂੰ ਦਿਲਾਸਾ ਦਿੰਦੇ ਹੀ ਕਹਿਣ ਲੱਗੇ, ਬੇਟੀ ਮੈਂ ਪਹਿਲਾਂ ਹੀ ਕਾਫੀ ਯਤਨ ਕਰ ਚੁੱਕਾ। ਹੁਣ ਏਡੇ ਵੱਡੇ ਘਰਾਣੇ ਦਾ ਬੇਟਾ ਆਪਣੇ ਆਪ ਹੀ ਮਿਲ ਗਿਆ ਤੇ ਮੈਂ ਹਾਂ ਕਰ ਚੁੱਕਾ। ਹੁਣ ਇਹ ਮੇਰੀ ਇੱਜ਼ਤ ਦਾ ਸਵਾਲ ਹੈ। ਮੈਂ ਕੁਝ ਵੀ ਨਾ ਬੋਲ ਸਕੀ। ਅੱਜ ਤੱਕ ਪਿਤਾ ਜੀ ਦੇ ਸਾਹਮਣੇ ਬੋਲਣ ਦੀ ਕਿਸੇ ਨੇ ਵੀ ਹਿੰਮਤ ਨਹੀਂ ਸੀ ਕੀਤੀ। ਅਗਲੇ ਹਫ਼ਤੇ ਜਦੋਂ ਮੈਂ ਡੋਲੀ 'ਚ ਬੈਠੀ ਰੋ ਰਹੀ ਸਾਂ ਤਾਂ ਮੈਨੂੰ ਸੋਨੂੰ ਯਾਦ ਆ ਰਿਹਾ ਸੀ, ਜਿਹਨੂੰ ਮੇਰੇ ਵਾਂਗ ਹੀ ਗਲ 'ਚ ਰੱਸਾ ਪਾ ਕੇ ਜ਼ਬਰਦਸਤੀ ਘਰ 'ਚੋਂ ਕੱਢ ਦਿੱਤਾ ਗਿਆ ਸੀ। ਧੰਨਵਾਦ।